ओम शांति। अज प्यारे बाबा दे 24/3/2021 ਦੇ ਮਹਾਵਚਨ ਬਾਬਾ ਨੇ ਅੱਜ ਆਪਣੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਤੁਸੀਂ ਇਸ ਸਮੇਂ ਬਾਪ ਦੇ ਨਾਲ ਸੇਵਾ ਵਿੱਚ ਮਦਦਗਾਰ ਬਣੇ ਹੋ। ਇਸ ਲਈ ਤੁਹਾਡਾ ਸਿਮਰਨ ਹੁੰਦਾ ਹੈ, ਪੂਜਨ ਨਹੀਂ, ਕਿਉਂਕਿ ਸਰੀਰ ਅਪਵਿੱਤਰ ਹਨ। ਫਿਰ ਬਾਬਾ ਨੇ ਪ੍ਰਸ਼ਨ ਪੁੱਛਿਆ, ਕਿਹੜਾ ਨਸ਼ਾ ਤੁਹਾਨੂੰ ਤੁਹਾਡੇ ਬੱਚਿਆਂ ਦੀ ਬੁੱਧੀ ਵਿੱਚ ਨਿਰੰਤਰ ਰਹਿਣਾ ਚਾਹੀਦਾ ਹੈ, ਮਤਲਬ ਸਦਾ ਰਹਿਣਾ ਚਾਹੀਦਾ ਹੈ? ਉੱਤਰ ਹੈ, ਅਸੀਂ ਸ਼ਿਵ ਬਾਬਾ ਦੇ ਬੱਚੇ ਹਾਂ। ਉਹਨਾਂ ਤੋਂ ਰਾਜਯੋਗ ਸਿੱਖ ਕੇ ਸਵਰਗ ਦੀ ਰਾਜਾਈ ਦਾ ਵਰਸਾ ਲੈਂਦੇ ਹਾਂ। ਇਹ ਨਸ਼ਾ ਤੁਹਾਨੂੰ ਸਦਾ ਰਹਿਣਾ ਚਾਹੀਦਾ ਹੈ। ਵਿਸ਼ਵ ਦਾ ਮਾਲਿਕ ਬਣਨਾ ਹੈ ਤਾਂ ਬਹੁਤ ਖਬਰਦਾਰੀ ਨਾਲ ਪੜ੍ਹਨਾ ਅਤੇ ਪੜ੍ਹਾਉਣਾ ਹੈ। ਕਦੇ ਵੀ ਬਾਪ ਦੀ ਨਿੰਦਾ ਨਹੀਂ ਕਰਾਉਣੀ ਹੈ। ਕਿਸੇ ਨਾਲ ਵੀ ਲੜਨਾ ਝਗੜਨਾ ਨਹੀਂ ਹੈ। ਤੁਸੀਂ ਕੌਡੀ ਤੋਂ ਹੀਰੇ ਵਰਗਾ ਬਣਦੇ ਹੋ ਤਾਂ ਚੰਗੀ ਤਰ੍ਹਾਂ ਧਾਰਨਾ ਕਰਨੀ ਹੈ। गीत है, जो पिया के साथ है उनके लिए ज्ञान की बरसात है। ओम शांति। ਬੱਚਿਆਂ ਨੇ ਸਮਝਿਆ, ਜੋ ਬਾਬਾ ਦੇ ਨਾਲ ਹਨ ਤਾਂ ਬਾਪ ਦਾਦਾ ਵੀ ਨਾਲ ਹਨ। ਸਾਰੇ ਹੁਣ ਤਾਂ ਡਬਲ ਹਨ ਨਾ। ਇਹ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਹੈ। ਬ੍ਰਹਮਾ ਦੁਆਰਾ ਪਰਮ ਪਿਤਾ ਪਰਮਾਤਮਾ ਸ਼ਿਵ ਸਥਾਪਨਾ ਕਿਵੇਂ ਕਰਨਗੇ, ਇਹ ਵੀ ਜਾਣਦੇ ਨਹੀਂ ਹਨ। ਤੁਸੀਂ ਬੱਚੇ ਜਾਣਦੇ ਹੋ, ਉਹਨਾਂ ਨੂੰ ਆਪਣਾ ਸਰੀਰ ਤਾਂ ਹੈ ਨਹੀਂ। ਕ੍ਰਿਸ਼ਨ ਨੂੰ ਆਪਣਾ ਸਰੀਰ ਹੈ। ਇਸ ਤਰ੍ਹਾਂ ਤਾਂ ਨਹੀਂ ਕਿਹਾ ਜਾ ਸਕਦਾ ਕਿ ਪਰਮਾਤਮਾ ਸ੍ਰੀ ਕ੍ਰਿਸ਼ਨ ਦੇ ਸਰੀਰ ਦੁਆਰਾ ਸਥਾਪਨਾ ਕਰ ਰਹੇ ਹਨ। ਨਹੀਂ, ਕ੍ਰਿਸ਼ਨ ਤਾਂ ਹੈ ਹੀ ਸਵਰਗ ਦਾ ਪ੍ਰਿੰਸ। ਪਰਮ ਪਿਤਾ ਪਰਮਾਤਮਾ ਬ੍ਰਹਮਾ ਦੁਆਰਾ ਸਥਾਪਨਾ ਕਰਾਉਂਦੇ ਹਨ ਤਾਂ ਜ਼ਰੂਰ ਬ੍ਰਹਮਾ ਵਿੱਚ ਪ੍ਰਵੇਸ਼ ਕਰਨਾ ਪਵੇ। ਹੋਰ ਕੋਈ ਉਪਾਅ ਹੀ ਨਹੀਂ ਹੈ। ਪ੍ਰੇਰਣਾ ਆਦਿ ਦੀ ਤਾਂ ਕੋਈ ਗੱਲ ਹੀ ਨਹੀਂ। ਬਾਪ ਬ੍ਰਹਮਾ ਦੁਆਰਾ ਸਭ ਸਮਝਾ ਦਿੰਦੇ ਹਨ। ਵਿਜੇ ਮਾਲਾ, ਜਿਸ ਨੂੰ ਰੁਦਰ ਮਾਲਾ ਕਿਹਾ ਜਾਂਦਾ ਹੈ, ਜੋ ਮਨੁੱਖ ਪੂਜਦੇ ਹਨ, ਸਿਮਰਦੇ ਹਨ। ਤੁਸੀਂ ਬੱਚੇ ਸਮਝਦੇ ਹੋ, ਇਹ ਰੁਦਰ ਮਾਲਾ ਸਿਰਫ ਸਿਮਰੀ ਜਾਂਦੀ ਹੈ। ਮੇਰੂ ਤਾਂ ਕਿਹਾ ਜਾਂਦਾ ਹੈ ਬ੍ਰਹਮਾ ਸਰਸਵਤੀ ਨੂੰ। ਬਾਕੀ ਮਾਲਾ ਹੋਈ ਬੱਚਿਆਂ ਦੀ। ਵਿਸ਼ਨੂੰ ਦੀ ਮਾਲਾ ਤਾਂ ਇੱਕ ਹੀ ਹੈ, ਪੂਜੀ ਜਾ ਸਕਦੀ ਹੈ। ਇਸ ਸਮੇਂ ਤੁਸੀਂ ਪੁਰਸ਼ਾਰਥੀ ਹੋ। ਤੁਹਾਡਾ ਸਿਮਰਨ ਹੁੰਦਾ ਹੈ ਅੰਤ ਵਿੱਚ। ਆਤਮਾਵਾਂ ਦੀ ਮਾਲਾ ਹੈ ਜਾਂ ਜੀਵ ਆਤਮਾਵਾਂ ਦੀ ਹੈ? ਪ੍ਰਸ਼ਨ ਉੱਠੇਗਾ ਨਾ। ਵਿਸ਼ਨੂੰ ਦੀ ਮਾਲਾ ਤਾਂ ਕਹਾਂਗੇ ਚੇਤਨ ਜੀਵ ਆਤਮਾਵਾਂ ਦੀ ਮਾਲਾ। ਲਕਸ਼ਮੀ ਨਾਰਾਇਣ ਪੂਜੇ ਜਾਂਦੇ ਹਨ ਨਾ, ਕਿਉਂਕਿ ਉਹਨਾਂ ਦੀ ਆਤਮਾ ਅਤੇ ਸਰੀਰ ਦੋਨੋਂ ਹੀ ਪਵਿੱਤਰ ਹਨ। ਇਸ ਲਈ ਵਿਸ਼ਨੂੰ ਦੀ ਮਾਲਾ ਜਾਂ ਵੈਜਯੰਤੀ ਮਾਲਾ ਕਿਹਾ ਜਾਂਦਾ ਹੈ। ਰੁਦਰ ਮਾਲਾ ਉਹ ਤਾਂ ਸਿਰਫ ਆਤਮਾਵਾਂ ਦੀ ਹੈ, ਕਿਉਂਕਿ ਸਰੀਰ ਤਾਂ ਅਪਵਿੱਤਰ ਹਨ, ਉਹ ਤਾਂ ਪੂਜੇ ਨਹੀਂ ਜਾ ਸਕਦੇ। ਆਤਮਾ ਕਿਵੇਂ ਪੂਜੀ ਜਾਂਦੀ ਹੈ? ਤੁਸੀਂ ਕਹਿੰਦੇ ਹੋ ਰੁਦਰ ਮਾਲਾ ਪੂਜੀ ਜਾਂਦੀ ਹੈ, ਪਰੰਤੂ ਨਹੀਂ, ਪੂਜੀ ਨਹੀਂ ਜਾਂਦੀ। ਨਾਮ ਹੈ ਸਿਮਰਨੀ, ਸਿਮਰਿਆ ਜਾਂਦਾ ਹੈ, ਪੂਜੀ ਨਹੀਂ ਜਾਂਦੀ। ਵਿਸ਼ਨੂੰ ਦੀ ਮਾਲਾ ਬਾਬਾ ਕਹਿ ਰਹੇ ਪੂਜੀ ਜਾਂਦੀ ਹੈ। ਜੋ ਵੀ ਦਾਣੇ ਹਨ ਉਹ ਤੁਹਾਡੇ ਬੱਚਿਆਂ ਦੇ ਸਿਮਰਨ ਹੁੰਦੇ ਹਨ ਜਦੋਂ ਸਰੀਰ ਵਿੱਚ ਹੋ। ਦਾਣੇ ਤਾਂ ਬ੍ਰਾਹਮਣਾਂ ਦੇ ਹਨ ਨਾ। ਸਿਮਰਨ ਕਿਸ ਨੂੰ ਕਰਦੇ ਹਨ, ਇਹ ਵੀ ਕਿਸੇ ਨੂੰ ਪਤਾ ਨਹੀਂ। ਤਾਂ ਅੱਜ ਬਾਬਾ ਵਿਸਤਾਰ ਨਾਲ ਮਾਲਾ ਦਾ, ਦੋ ਮਾਲਾ ਦਾ ਰਾਜ ਸਮਝਾ ਰਹੇ ਹਨ। ਇਹ ਹੈ ਬ੍ਰਾਹਮਣ ਜੋ ਭਾਰਤ ਦੀ ਸੇਵਾ ਕਰਦੇ ਹਨ, ਉਹਨਾਂ ਨੂੰ ਯਾਦ ਕਰਦੇ ਹਨ। ਜਗਤ ਅੰਬਾ ਦੇਵੀਆਂ ਆਦਿ ਬਹੁਤ ਹਨ, ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ। ਪੂਜਣ ਲਾਇਕ ਲਕਸ਼ਮੀ ਨਾਰਾਇਣ ਬਣਦੇ ਹਨ। ਤੁਸੀਂ ਨਹੀਂ, ਕਿਉਂਕਿ ਤੁਹਾਡੇ ਸਰੀਰ ਅਪਵਿੱਤਰ ਹਨ। ਆਤਮਾ ਪਵਿੱਤਰ ਹੈ, ਪਰੰਤੂ ਉਹ ਪੂਜੀ ਨਹੀਂ ਜਾ ਸਕਦੀ, ਸਿਮਰੀ ਜਾ ਸਕਦੀ ਹੈ। ਕੋਈ ਵੀ ਤੁਹਾਨੂੰ ਪੁੱਛੇ ਤਾਂ ਸਮਝਿਆ ਹੋਇਆ ਹੋਣਾ ਚਾਹੀਦਾ ਹੈ, ਕਿਉਂਕਿ ਅਸੀਂ ਸਮਝਾਂਗੇ ਤਾਂ ਹੀ ਅਸੀਂ ਦੂਸਰਿਆਂ ਨੂੰ ਸਮਝਾ ਸਕਾਂਗੇ। ਇਸ ਲਈ ਬਾਬਾ ਕਹਿ ਰਹੇ ਬੱਚਿਆਂ ਨੇ ਸਮਝਿਆ ਹੋਇਆ ਹੋਣਾ ਚਾਹੀਦਾ ਹੈ।
ਤੁਸੀਂ ਹੋ ਬ੍ਰਾਹਮਣੀਆਂ, ਤੁਹਾਡੇ ਯਾਦਗਾਰ ਦੇਵੀਆਂ ਦੇ ਰੂਪ ਵਿੱਚ ਹਨ। ਤੁਸੀਂ ਸ਼੍ਰੀਮਤ 'ਤੇ ਖੁਦ ਪਾਵਨ ਬਣਦੇ ਹੋ, ਤਾਂ ਇਹ ਮਾਲਾ ਫਸਟ ਕਲਾਸ ਬ੍ਰਾਹਮਣਾਂ ਦੀ ਸਮਝੀ ਜਾਵੇ, ਫਿਰ ਦੇਵਤਿਆਂ ਦੀ। ਵਿਚਾਰ ਸਾਗਰ ਮੰਥਨ ਕਰਨ ਨਾਲ ਰਿਜ਼ਲਟ ਨਿਕਲੇਗੀ। ਜਦੋਂ ਆਤਮਾਵਾਂ ਸਾਲੀਗ੍ਰਾਮ ਰੂਪ ਵਿੱਚ ਹਨ ਤਾਂ ਪੂਜੀਆਂ ਜਾਂਦੀਆਂ ਹਨ। ਸ਼ਿਵ ਬਾਬਾ ਦੀ ਪੂਜਾ ਹੁੰਦੀ ਹੈ ਤਾਂ ਸਾਲੀਗ੍ਰਾਮਾਂ ਦੀ ਵੀ ਪੂਜਾ ਹੁੰਦੀ ਹੈ, ਕਿਉਂਕਿ ਆਤਮਾ ਪਵਿੱਤਰ ਹੈ, ਸਰੀਰ ਨਹੀਂ। ਸਿਮਰਨ ਸਿਰਫ ਤੁਹਾਡਾ ਕੀਤਾ ਜਾਂਦਾ ਹੈ। ਕਿਉਂ? ਤੁਸੀਂ ਸਰੀਰ ਦੇ ਨਾਲ ਸੇਵਾ ਕਰਦੇ ਹੋ, ਤੁਹਾਡੀ ਪੂਜਾ ਨਹੀਂ ਹੋ ਸਕਦੀ। ਫਿਰ ਜਦੋਂ ਸਰੀਰ ਛੱਡਦੇ ਹੋ ਤਾਂ ਤੁਸੀਂ ਵੀ ਸ਼ਿਵ ਬਾਬਾ ਦੇ ਨਾਲ ਪੂਜੇ ਜਾਂਦੇ ਹੋ। ਵਿਚਾਰ ਕੀਤਾ ਜਾਂਦਾ ਹੈ ਨਾ, ਤੁਸੀਂ ਇਸ ਸਮੇਂ ਬ੍ਰਾਹਮਣ ਹੋ। ਸ਼ਿਵ ਬਾਬਾ ਬ੍ਰਹਮਾ ਤਨ ਵਿੱਚ ਆਉਂਦੇ ਹਨ ਤਾਂ ਬ੍ਰਹਮਾ ਵੀ ਸਾਕਾਰ ਵਿੱਚ ਹਨ। ਤੁਸੀਂ ਮਿਹਨਤ ਕਰਦੇ ਹੋ। ਇਹ ਮਾਲਾ ਜਿਵੇਂ ਸਾਕਾਰੀ ਹੈ, ਬ੍ਰਹਮਾ ਸਰਸਵਤੀ ਅਤੇ ਤੁਸੀਂ ਗਿਆਨ ਗੰਗਾਵਾਂ। ਤੁਸੀਂ ਭਾਰਤ ਨੂੰ ਸਵਰਗ ਬਣਾਇਆ। ਇਹ ਰੁਦਰ ਯੱਗ ਰਚਿਆ। ਜੋ ਪੂਜਾ ਕਰਦੇ ਹਨ ਉਸ ਵਿੱਚ ਸਿਰਫ ਸ਼ਿਵ ਅਤੇ ਸਾਲੀਗ੍ਰਾਮ ਹੁੰਦੇ ਹਨ। ਉਸ ਵਿੱਚ ਬ੍ਰਹਮਾ ਸਰਸਵਤੀ ਦਾ ਅਥਵਾ ਤੁਹਾਡਾ ਬੱਚਿਆਂ ਦਾ ਨਾਮ ਨਹੀਂ ਹੈ। ਇੱਥੇ ਤਾਂ ਸਭ ਦਾ ਨਾਮ ਹੈ। ਤੁਹਾਡਾ ਸਿਮਰਨ ਕਰਦੇ ਹਨ। ਕੌਣ ਕੌਣ ਗਿਆਨ ਗੰਗਾਵਾਂ ਸੀ? ਉਹ ਤਾਂ ਹੈ ਗਿਆਨ ਸਾਗਰ। ਇਹ ਹੈ ਬ੍ਰਹਮਪੁੱਤਰਾ ਨਦੀ, ਬ੍ਰਹਮਾ ਬਾਬਾ ਬੜੀ ਨਦੀ। ਇਹ ਬ੍ਰਹਮਾ ਮਾਤਾ ਵੀ ਹੈ। ਸਾਗਰ ਇੱਕ ਹੈ। ਬਾਕੀ ਗੰਗਾਵਾਂ ਤਾਂ ਕਿਸਮ ਕਿਸਮ ਦੀਆਂ ਅਨੇਕ ਪ੍ਰਕਾਰ ਦੀਆਂ ਹੁੰਦੀਆਂ ਹਨ। ਨੰਬਰਵਾਰ ਜਿਸ ਵਿੱਚ ਚੰਗਾ ਗਿਆਨ ਹੈ ਉਸ ਨੂੰ ਸਰੋਵਰ ਕਿਹਾ ਜਾਂਦਾ ਹੈ। ਮਹਿਮਾ ਵੀ ਹੈ। ਕਹਿੰਦੇ ਵੀ ਹਨ ਮਾਨ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਮਰਿਆਦਾ ਬਣ ਜਾਂਦੇ ਹਨ। ਤਾਂ ਤੁਹਾਡੀ ਮਾਲਾ ਸਿਮਰੀ ਜਾਂਦੀ ਹੈ। ਸਿਮਰਨੀ ਕਹਿੰਦੇ ਹਨ ਨਾ, ਸਿਮਰਨ ਕਰੋ। ਉਹ ਤਾਂ ਸਿਰਫ ਰਾਮ ਰਾਮ ਕਹਿੰਦੇ ਹਨ, ਪਰੰਤੂ ਤੁਸੀਂ ਜਾਣਦੇ ਹੋ ਕਿ ਸਿਮਰਨ ਕਿਸ ਦਾ ਹੋਵੇਗਾ? ਜੋ ਜ਼ਿਆਦਾ ਸੇਵਾ ਕਰਦੇ ਹਨ। ਪਹਿਲਾਂ ਤਾਂ ਬਾਬਾ ਹੈ ਫੁੱਲ, ਫਿਰ ਮੇਰੂ ਮਾਨਾ ਡਬਲ ਯੁਗਲ ਦਾਨਾ ਬ੍ਰਹਮਾ ਸਰਸਵਤੀ ਜੋ ਬਹੁਤ ਮਿਹਨਤ ਕਰਦੇ ਹਨ। ਫਿਰ ਰੁਦਰ ਮਾਲਾ ਸੋ ਵਿਸ਼ਨੂੰ ਦੀ ਮਾਲਾ ਬਣਦੀ ਹੈ। ਤੁਹਾਡੀ ਸਿਰਫ ਆਤਮਾ ਪੂਜੀ ਜਾਂਦੀ ਹੈ। ਹੁਣ ਤੁਸੀਂ ਸਿਮਰਨ ਲਾਇਕ ਹੋ। ਸਿਮਰਨੀ ਤੁਹਾਡੀ ਹੈ। ਮਨੁੱਖ ਤਾਂ ਸਿਰਫ ਰਾਮ ਰਾਮ ਕਹਿੰਦੇ ਹਨ। ਕ੍ਰਿਸਚਨ ਲੋਕ ਕ੍ਰਾਈਸਟ ਨੂੰ ਯਾਦ ਕਰਦੇ ਹਨ। ਮਾਲਾ ਕਿਸ ਦੀ ਹੋਵੇਗੀ? ਗॉड ਤਾਂ ਇੱਕ ਹੈ। ਬਾਕੀ ਜੋ ਪਾਸ ਬੈਠੇ ਹਨ ਉਹਨਾਂ ਦੀ ਮਾਲਾ ਬਣਦੀ ਹੈ। ਫਿਰ ਅੱਗੇ ਬਾਬਾ ਦੱਸ ਰਹੇ ਸਤਿਗੁਰੂ ਤਾਂ ਹੈ ਹੀ ਇੱਕ। ਉਹ ਹੈ ਸਰਬ ਦਾ ਸਦਗਤੀ ਦਾਤਾ। ਸੱਚਾ ਸਤਿਗੁਰੂ ਮਨੁੱਖ ਕੋਈ ਹੋ ਨਹੀਂ ਸਕਦਾ। ਉਹ ਤਾਂ ਸਿਰਫ ਆਉਂਦੇ ਹਨ ਧਰਮ ਸਥਾਪਨ ਕਰਨ ਲਈ। ਉਹਨਾਂ ਦੇ ਪਿਛਾੜੀ ਸਭ ਆਉਣ ਲੱਗਦੇ ਹਨ ਪਾਇਟ ਵਜਾਉਣ ਦੇ ਲਈ। ਜਦੋਂ ਸਭ ਤਮੋ ਪ੍ਰਧਾਨ ਅਵਸਥਾ ਨੂੰ ਪਾਉਂਦੇ ਹਨ ਤਾਂ ਮੈਂ ਆ ਕੇ ਸਰਬ ਦਾ ਸਦਗਤੀ ਸਾਰਿਆਂ ਦੀ ਸਦਗਤੀ ਕਰਦਾ ਹਾਂ। ਪ੍ਰਜਾ ਤਾਂ ਢੇਰ ਬਣਦੀ ਹੈ। ਮਿਹਨਤ ਹੈ ਰਾਜਾਈ ਪਦ ਪਾਉਣ ਦੀ। ਬਾਬਾ ਅੱਗੇ ਕਹਿ ਰਹੇ ਕਿ ਪੜ੍ਹਾਈ ਇੱਕ ਹੀ ਹੈ ਰਾਜ ਯੋਗ ਦੀ। ਰਾਜਾਈ ਪਦ ਪਾਉਣ ਵਿੱਚ ਮਿਹਨਤ ਹੈ ਤਾਂ ਸਰਵਿਸ ਵੀ ਕਰਨੀ ਹੈ। ਰਾਜਾ ਜੋ ਬਣਨਗੇ ਉਹਨਾਂ ਨੂੰ ਫਿਰ ਆਪਣੀ ਪ੍ਰਜਾ ਬਣਾਉਣੀ ਪਵੇ। ਚੰਗੀਆਂ ਚੰਗੀਆਂ ਮਾਨਾ ਵਧੀਆ ਵਧੀਆ ਬੱਚੀਆਂ ਵੱਡੇ ਵੱਡੇ ਸੈਂਟਰਸ ਸੰਭਾਲਦੀਆਂ ਹਨ। ਵੱਡੀ ਪ੍ਰਜਾ ਬਣਾਉਂਦੀਆਂ ਹਨ। ਬਾਬਾ ਵੀ ਕਹਿੰਦੇ ਵੱਡਾ ਬਗੀਚਾ ਬਣਾਓ ਤਾਂ ਬਾਬਾ ਵੀ ਆ ਕੇ ਦੇਖੇ। ਹੁਣ ਤਾਂ ਬਹੁਤ ਛੋਟਾ ਹੈ ਨਾ। ਬੰਬੇ ਵਿੱਚ ਤਾਂ ਲੱਖਾਂ ਹੋ ਜਾਣਗੇ। ਸੂਰਿਆਵੰਸ਼ੀ ਤਾਂ ਸਾਰੀ ਡਿਨਾਇਸਟੀ ਹੁੰਦੀ ਹੈ ਤਾਂ ਜ਼ਰੂਰ ਢੇਰ ਹੋ ਜਾਣਗੇ ਨਾ। ਜੋ ਮਿਹਨਤ ਕਰਦੇ ਹਨ ਉਹ ਰਾਜਾ ਬਣਦੇ ਹਨ। ਬਾਕੀ ਤਾਂ ਪ੍ਰਜਾ ਬਣਦੀ ਜਾਵੇਗੀ। ਗਾਇਆ ਵੀ ਹੋਇਆ ਹੈ ਹੇ ਪ੍ਰਭੂ ਤੇਰੀ ਸਦਗਤੀ ਦੀ ਲੀਲਾ ਬੜੀ ਨਿਆਰੀ। ਤੁਸੀਂ ਕਹਿੰਦੇ ਹੋ ਵਾਹ ਬਾਬਾ ਤੁਹਾਡੀ ਗਤਮਤ ਨਿਆਰੀ। ਸਾਰਿਆਂ ਦੇ ਸਦਗਤੀ ਕਰਨ ਦੀ ਸ਼੍ਰੀਮਤ ਸਭ ਤੋਂ ਇਹ ਨਿਆਰੀ ਹੈ। ਬਾਬਾ ਸਾਥ ਲੈ ਜਾਂਦੇ ਹਨ, ਛੱਡ ਕੇ ਨਹੀਂ ਜਾਂਦੇ ਹਨ।
ਨਿਰਾਕਾਰੀ, ਆਕਾਰੀ, ਸਾਕਾਰੀ ਲੋਕ ਨੂੰ ਵੀ ਕੋਈ ਨਹੀਂ ਜਾਣਦੇ। ਸਿਰਫ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਨੂੰ ਜਾਣਨਾ ਉਹ ਵੀ ਕੰਪਲੀਟ ਨੌਲੇਜ ਨਹੀਂ ਹੈ। ਪਹਿਲਾਂ ਤਾਂ ਮੂਲ ਵਤਨ ਨੂੰ ਜਾਣਨਾ ਪਵੇ, ਜਿੱਥੇ ਅਸੀਂ ਆਤਮਾਵਾਂ ਰਹਿੰਦੇ ਹਾਂ। ਇਸ ਸ੍ਰਿਸ਼ਟੀ ਚੱਕਰ ਨੂੰ ਜਾਣਨ ਨਾਲ ਤੁਸੀਂ ਚੱਕਰਵਰਤੀ ਰਾਜਾ ਬਣ ਜਾਵੋਗੇ। ਅੱਛਾ, ਫਿਰ ਬਾਬਾ ਨੇ ਯਾਦ ਪਿਆਰ ਦਿੱਤਾ। ਮਿੱਠੇ ਮਿੱਠੇ ਸਿੱਕੀ ਲੱਧੇ ਗਿਆਨ ਰਤਨ ਧਾਰਨ ਕਰਨ ਵਾਲੇ ਅਤੇ ਸਰਵਿਸ ਕਰਨ ਵਾਲੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ, ਸਭ ਨਾਲ ਮਿੱਠਾ ਬੋਲਣਾ ਹੈ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨੀ ਹੈ ਜਿਸ ਕਰਕੇ ਬਾਪ ਦੀ ਨਿੰਦਾ ਹੋਵੇ। ਦੇ ਅਭਿਮਾਨ ਦਾ ਦਾਨ ਕਰ। ਆਤਮ ਅਭਿਮਾਨੀ ਅਤੇ ਪਰਮਾਤਮ ਅਭਿਮਾਨੀ ਬਣਨਾ ਹੈ। ਦੂਸਰਾ, ਜੋ ਗਿਆਨ ਧਨ ਮਿਲਦਾ ਹੈ ਉਸ ਦਾ ਦਾਨ ਕਰਨਾ ਹੈ। ਪੜ੍ਹਾਈ ਨਾਲ ਰਾਜਾਈ ਮਿਲਦੀ ਹੈ, ਇਸ ਨਸ਼ੇ ਵਿੱਚ ਸਥਾਈ ਰਹਿਣਾ ਹੈ। ਅਟੈਂਸ਼ਨ ਦੇ ਕੇ ਪੜ੍ਹਾਈ ਪੜ੍ਹਨੀ ਹੈ। ਵਰਦਾਨ, ਇਕਾਗਰਤਾ ਦੇ ਅਭਿਆਸ ਦੁਆਰਾ ਅਨੇਕ ਆਤਮਾਵਾਂ ਦੀਆਂ ਚਾਹਨਾਵਾਂ, ਮਾਨਾ ਜਿਹੜੀ ਚਾਹਨਾ ਹੁੰਦੀ ਹੈ, ਇੱਛਾਵਾਂ ਨੂੰ ਪੂਰਾ ਕਰਨ ਵਾਲੇ ਵਿਸ਼ਵ ਕਲਿਆਣਕਾਰੀ ਭਵ। ਸਾਰੀਆਂ ਆਤਮਾਵਾਂ ਦੀ ਚਾਹਨਾ ਹੈ ਕਿ ਭਟਕਦੀ ਹੋਈ ਬੁੱਧੀ ਵਾ ਮਨ ਚੰਚਲਤਾ ਤੋਂ ਇਕਾਗਰ ਹੋ ਜਾਵੇ। ਤਾਂ ਉਹਨਾਂ ਦੀ ਇਸ ਚਾਹਨਾ ਨੂੰ ਪੂਰਨ ਕਰਨ ਦੇ ਲਈ ਪਹਿਲਾਂ ਖੁਦ ਆਪਣੇ ਆਪਣੇ ਸੰਕਲਪਾਂ ਨੂੰ ਇਕਾਗਰ ਕਰਨ ਦਾ ਅਭਿਆਸ ਵਧਾਓ। ਨਿਰੰਤਰ ਇੱਕ ਰਸ ਸਥਿਤੀ ਵਿੱਚ ਅਤੇ ਇੱਕ ਬਾਪ ਦੂਸਰਾ ਨਾ ਕੋਈ, ਇਸ ਸਥਿਤੀ ਵਿੱਚ ਸਥਿਤ ਰਹੋ। ਵਿਅਰਥ ਸੰਕਲਪਾਂ ਨੂੰ ਸ਼ੁੱਧ ਸੰਕਲਪਾਂ ਵਿੱਚ ਪਰਿਵਰਤਨ ਕਰੋ ਤਾਂ ਵਿਸ਼ਵ ਕਲਿਆਣਕਾਰੀ ਭਵ ਦਾ ਵਰਦਾਨ ਪ੍ਰਾਪਤ ਹੋਵੇਗਾ। ਸਲੋਗਨ ਹੈ, ਬ੍ਰਹਮਾ ਬਾਪ ਸਮਾਨ, ਗੁਣ ਸਵਰੂਪ, ਸ਼ਕਤੀ ਸਵਰੂਪ ਅਤੇ ਯਾਦ ਸਵਰੂਪ ਬਣਨ ਵਾਲੇ ਹੀ ਸੱਚੇ ਬ੍ਰਾਹਮਣ ਹਨ। ਅੱਛਾ, ਓਮ ਸ਼ਾਂਤੀ।